फैमिली एक्चुअली मेरी बैकग्राउंड जिन्नी फैमिली है वेरी ग्रैजुएट फैमिली सारे बहुत पढ़े लिखे ने और मोस्टली मिलिटरी फैमिली तो सारे साडे हैगे ने मैनू शुरू से मैनू भी कहते रहे यार किहड़े चक्कर च पे तारे ज़मीन पे फिल्म सी और ਉਹਦੇ ਵਿੱਚ ਬੱਚਾ ਦੇਖਿਆ ਜਾਵੇ ਤੇ ਉਹਨੂੰ ਹੀ ਇਜ਼ ਨੋਟ ਇੰਟਰਸਟਿਡ ਇਨ ਸਟੱਡੀ ਬਟ ਹੀ ਇਜ਼ ਗੁੱਡ ਇਨ ਪੇਂਟਿੰਗ ਐਂਡ ਅਦਰ ਥਿੰਗਸ ਸੋ ਆਈ ਥਿੰਕ ਕਿ ਸਾਰੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਮਤਲਬ ਪੜ੍ਹਨਾ ਤੇ ਫਾਊਂਡੇਸ਼ਨ ਆਪਣੀ ਜਿਹੜੀ ਹੈ ਜ਼ਰੂਰੀ ਹੈ ਜੜ ਆਪਣੀ ਜਿਹਨੂੰ ਕਹਿੰਦੇ ਵਾ ਮਜ਼ਬੂਤੀ ਹੈ ਉਹ ਬਹੁਤ ਜ਼ਰੂਰੀ ਹੈ ਮੇਰਾ ਬੇਟਾ ਹੀ ਇਜ਼ ਨੋਟ ਵੈਰੀ ਗੁੱਡ ਇਨ ਸਟੱਡੀਜ਼ ਬਟ ਹੀ ਇਜ਼ ਵੈਰੀ ਗੁੱਡ ਇਨ ਐਕਟਿੰਗ ਐਂਡ ਐਨੀਮਲਸ ਐਂਡ ਮੈਂ ਉਹਨੂੰ ਕਹਿਣਾ ਬੇਟਾ ਤੂੰ ਕੀ ਕਰਨਾ ਹੈ ਹੀ ਸੈਡ ਆਲਵੇਜ਼ ਸੇਜ਼ ਪਾਪਾ ਮੈਂ ਐਕਟਿੰਗ ਕਰਨੀ ਹੈ ਮੈਂ ਜਦ ਦਿਨ ਮੈਂ ਸਟੱਡੀ ਵਿੱਚ ਕਰਾਂ ਕਿ ਤੂੰ ਸੈਕੰਡ ਆਪਸ਼ਨ ਆਈ ਵਾਂਟ ਟੂ ਬੀ ਅ ਵੈਟਰਨਰੀ ਡਾਕਟਰ ਫੇਰ ਪਲੇ ਤੁਸੀਂ ਐਮੀ ਜੀ ਨਾਲ ਕੰਮ ਕੀਤਾ ਅਮਰਿੰਦਰ ਗਿੱਲ ਜੀ ਨਾਲ ਕੰਮ ਕੀਤਾ ਦੋਨੋਂ ਹੀ ਪੰਜਾਬੀ ਇੰਡਸਟਰੀ ਦੇ ਬਹੁਤ ਚੰਗੇ ਨਾਂ ਨੇ ਸੋ ਅਮਰਿੰਦਰ ਭਾਜੀ ਬਾਰੇ ਕਿਹੜੀ ਐਸੀ ਚੀਜ਼ ਆ ਜੋ ਸ਼ੂਟ ਦੌਰਾਨ ਤੁਹਾਨੂੰ ਲੱਗਿਆ ਕਿ ਯਾਰ ਇਸ ਬੰਦੇ ਤੋਂ ਅਸੀਂ ਸਿੱਖ ਸਕਦੇ ਹਾਂ ਜੀ ਅਮਰਿੰਦਰ ਭਾਜੀ ਨਾਲ ਕੰਮ ਕੀਤਾ ਬਹੁਤ ਵੀ ਉਹ ਵੀ ਬਹੁਤ ਕਾਮ ਸੁਭਾਅ ਦੇ ਨੇ ਬਹੁਤ ਰਿਜ਼ਰਵ ਨੇ ਉਹ ਐਂਡ ਹੀ ਇਜ਼ ਵੈਰੀ ਨਾਈਸ ਪਰਸਨ ਰੀਲੀ ਨਾਈਸ ਗ੍ਰੇਟ ਪਰਸਨ ਬਹੁਤ ਚੰਗਾ ਲੱਗਾ ਉਹਨਾਂ ਨਾਲ ਕੰਮ ਕਰਕੇ ਔਰ ਆਈਏ ਆਪਾਂ ਐਮੀ ਭਾਜੀ ਤੇ ਐਮੀ ਭਾਜੀ ਬਿਲਕੁਲ ਹੀ ਇਜ਼ ਟੋਟਲੀ ਡਿਫਰੈਂਟ ਪਰਸਨ ਹੈ ਨਾ ਹੀ ਇਜ਼ ਸੱਚ ਅ ਗ੍ਰੇਟ ਸੋਲ ਐਂਡ ਡਾਊਨ ਟੂ ਅਰਥ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਆਕਾਂਕਸ਼ਾ ਸੋਢੀ ਤੇ ਇੱਕ ਮੂਵੀ ਆਈ ਸੀ ਚੱਲ ਮੇਰਾ ਪੁੱਤ ਉਸ ਤੋਂ ਬਾਅਦ ਆਜਾ ਮੈਕਸੀਕੋ ਚਲੀਏ ਇਹਨਾਂ ਦੋਨਾਂ ਫਿਲਮਸ ਦੀ ਅਗਰ ਗੱਲ ਕਰੀਏ ਦੋਨਾਂ ਦਾ ਕਨਸੈਪਟ ਕੁਛ ਹਟਕੇ ਸੀ ਦੋਨੋਂ ਹੀ ਮੂਵੀਜ਼ ਦੇ ਵਿੱਚ ਯੂਕੇ ਕੈਨੇਡਾ ਆਸਟ੍ਰੇਲੀਆ ਬਾਹਰ ਜਿਹੜੀ ਕੰਟਰੀਜ਼ ਦੇ ਵਿੱਚ ਬੱਚੇ ਜਾਂਦੇ ਆ ਸਟਰਗਲ ਕਰਦੇ ਆ ਦੋਨੋਂ ਹੀ ਉਸ ਥੀਮ ਦੇ ਉੱਤੇ ਆਧਾਰਿਤ ਸੀਗੀਆਂ ਲੇਕਿਨ ਅਗਰ ਆਪਾਂ ਚੱਲ ਮੇਰਾ ਪੁੱਤ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਨਸੈਪਟ ਕੁਛ ਇਸ ਤਰ੍ਹਾਂ ਦਾ ਸੀ ਕਿ ਜਿਹੜੇ ਆਲਰੇਡੀ ਉੱਥੇ ਸਟੂਡੈਂਟ ਵੀਜ਼ਾ ਜਾਂ ਜੌਬ ਪਰਪਸ ਨਾਲ ਗਏ ਆ ਉੱਥੇ ਉਹ ਕਿੱਦਾਂ ਸਟਰਗਲ ਕਰਦੇ ਨੇ ਅਗਰ ਆਪਾਂ ਆਜਾ ਮੈਕਸੀਕੋ ਚੱਲੀਏ ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਕਨਸੈਪਟ ਸੀ ਉਹ ਇਹ ਸੀ ਕਿ ਕਿੱਦਾਂ ਡੋਂਕੀ ਲਗਾ ਕੇ ਜਦੋਂ ਬਾਹਰ ਜਾਂਦੇ ਨੇ ਤੇ ਉੱਥੇ ਬਾਹਰ ਜਾਣ ਦਾ ਹੀ ਰਸਤਾ ਹੈ ਜਿਹੜਾ ਉਹ ਕਿੰਨਾ ਸਟਰਗਲਿੰਗ ਹੈ ਸੋ ਦੋਨੋਂ ਹੀ ਮੂਵੀਜ਼ ਦੇ ਵਿੱਚ ਇੱਕ ਕਨਸੈਪਟ ਡਿਫਰੈਂਟ ਸੀ ਯੂਕੇ ਕੈਨੇਡਾ ਦੇ ਬੱਚਿਆਂ ਨੇ ਜਾਂ ਉੱਥੇ ਰਹਿੰਦੇ ਲੋਕਾਂ ਨੇ ਆਪਣੇ ਨਾਲ ਰਿਲੇਟ ਕੀਤਾ ਤੇ ਦੋਨਾਂ ਮੂਵੀਜ਼ ਦੇ ਵਿੱਚ ਹੀ ਬਹੁਤ ਹੀ ਅਹਿਮ ਕਿਰਦਾਰ ਨਿਭਾਉਣ ਵਾਲੇ ਚੱਲ ਮੇਰਾ ਪੁੱਤ ਦੇ ਵਿੱਚ ਇੱਕ ਇਹੋ ਜਿਹਾ ਕਿਰਦਾਰ ਸੀ ਗਾਫਾ ਯਾਨੀ ਕਿ ਜਿਹੜਾ ਉੱਥੇ ਬੱਚਿਆਂ ਨੂੰ ਕੰਮ ਦਿੰਦਾ ਆ ਆਜਾ ਮੈਕਸੀਕੋ ਚੱਲੀਏ ਦੇ ਵਿੱਚ ਇੱਕ ਫਾਦਰ ਦਾ ਕਿਰਦਾਰ ਨਿਭਾਇਆ ਕਿ ਉਹਦਾ ਬੱਚਾ ਹੈ ਡੋਂਕੀ ਲਾ ਕੇ ਦੋਨੋਂ ਪਿਓ ਪੁੱਤ ਜਾ ਰਹੇ ਨੇ ਤੇ ਉਹ ਬੱਚਾ ਤੇ ਫਾਦਰ ਸਾਹਿਬ ਕਿੱਦਾਂ ਉਹ ਸਟਰਗਲਿੰਗ ਜਿਹੜਾ ਪੀਰੀਅਡ ਹੁੰਦਾ ਹੈ ਮੈਕਸੀਕੋ ਪਹੁੰਚਣ ਤੱਕ ਦਾ ਜੰਗਲਾਂ ਦੇ ਵਿੱਚੋਂ ਉਹ ਸਾਰਾ ਸਿਕੰਦਰ ਘੁੰਮਣ ਜੀ ਦੀ ਮੈਂ ਗੱਲ ਕਰ ਰਹੀ ਹਾਂ ਸਿਕੰਦਰ ਘੁੰਮਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰੋਤਿਆਂ ਨੂੰ ਔਰ ਤੁਹਾਨੂੰ ਡੇਲੀ ਪੋਸਟ ਥੈਂਕ ਯੂ ਸੋ ਮਚ ਫॉर ਯੂਰ ਸਪੋਰਟ ਤੇ ਅਗਰ ਆਪਾਂ ਚੱਲ ਮੇਰਾ ਪੁੱਤ ਦੀ ਗੱਲ ਕਰੀਏ ਗਾਫਾ ਉਹਦੇ ਵਿੱਚ ਹੀ ਓਬਵੀਅਸਲੀ ਗਾਫਾ ਜਿਹੜੇ ਬਾਹਰ ਜਾਂਦੇ ਜਦੋਂ ਬੱਚੇ ਉਹਨਾਂ ਨੂੰ ਕੰਮ ਦਿਵਾਉਣਾ ਹੈ ਨਾ ਉਹਨਾਂ ਦੀਆਂ ਦਿਹਾੜੀਆਂ ਪੂਰੀਆਂ ਕਰਵਾਉਣਾ ਤੇ ਉਸ ਤੋਂ ਬਾਅਦ ਜਦੋਂ ਗਾਫਾ ਦਿਹਾੜੀਆਂ ਮਾਰ ਲੈਂਦਾ ਹੈ ਜਾਂ ਕੋਈ ਦਿਹਾੜੀ ਨਹੀਂ ਲੱਗਦੀ ਤੇ ਕਿੱਦਾਂ ਅਮਰਿੰਦਰ ਭਾਜੀ ਤੇ ਗੁਰਸ਼ਬਦ ਜੀ ਕਹਿੰਦੇ ਨੇ ਕਿ ਗਾਫਾ ਯਾਰ ਦਿਹਾੜੀ ਲਵਾ ਦੇ ਕੋਈ ਪੈਸੇ ਦੇ ਦੇ ਜਾਂ ਜਿਵੇਂ ਵੀ ਹੈ ਨਾ ਸੋ ਉਹਦੇ ਵਿੱਚ ਵੀ ਕਿਰਦਾਰ ਡਿਫਰੈਂਟ ਸੀ ਚਾਹੇ ਛੋਟਾ ਸੀ ਲੇਕਿਨ ਇੰਪੋਰਟੈਂਟ ਸੀ ਦੂਜੇ ਪਾਸੇ ਅਗਰ ਆਪਾਂ ਆਜਾ ਮੈਕਸੀਕੋ ਚੱਲੀ ਦੀ ਗੱਲ ਕਰੀਏ ਕਿਰਦਾਰ ਛੋਟਾ ਨਹੀਂ ਸੀ ਲੇਕਿਨ ਫਿਰ ਵੀ ਕਿਰਦਾਰ ਐਸਾ ਸੀ ਹਟ ਕੇ ਸੀ ਸਿੰਪਥੀ ਬਹੁਤ ਲੈ ਕੇ ਗਿਆ ਖਾਸ ਤੌਰ ਤੇ ਤੁਹਾਡਾ ਬੇਟਾ ਜਿਹੜਾ ਰੀਅਲ ਲਾਈਫ ਦੇ ਵਿੱਚ ਵੀ ਤੁਹਾਡਾ ਬੇਟਾ ਹੈ ਤੇ ਫਿਲਮ ਦੇ ਵਿੱਚ ਵੀ ਤੁਹਾਡਾ ਬੇਟਾ ਹੈ ਦੋਨਾਂ ਤੁਸੀਂ ਪਿਓ ਪੁੱਤ ਨੇ ਜਿਹੜੀ ਸਿੰਪਥੀ ਲਿੱਤੀ ਆ ਉਹਦੇ ਵਿੱਚ ਹੈ ਨਾ ਹਾਂਜੀ ਬਿਲਕੁਲ ਤੁਸੀਂ ਜਿਹੜੀ ਗੱਲ ਕੀ ਮੈਂ ਆਈ ਬਲੀਵ ਇਨ ਕੁਆਲਿਟੀ ਨਾਟ ਇਨ ਕੁਆਂਟੀਟੀ ਜਿੱਦਾਂ ਤੁਸੀਂ ਕਿਹਾ ਵੀ ਕਿਰਦਾਰ ਛੋਟਾ ਸੀ ਪਰ ਉਹ ਇੰਪੋਰਟੈਂਟ ਸੀ ਇੱਕ ਛਾਪ ਛੱਡ ਗਿਆ ਸੋ ਚੱਲ ਮੇਰਾ ਪੁੱਤ ਪਛਾਣ ਭਰੀ ਮੇਰੀ ਕਾਫੀ ਸੋ ਆਮ ਵੈਰੀ ਥੈਂਕਫੁਲ ਟੂ ਦ ਰਾਈਟਰ ਆਫ ਦ ਫਿਲਮ ਰਕੇਸ਼ ਧਵਨ ਐਂਡ ਜੰਜੋਤ ਭਾਜੀ ਡਾਇਰੈਕਟਰ ਸਾਹਿਬ ਆਪਣੇ ਕਾਰਜ ਭਾਜੀ ਐਂਡ ਅਮਰਿੰਦਰ ਭਾਜੀ ਇਟ ਵਾਜ਼ ਮਾਈ ਪਲੇਜ਼ਰ ਟੂ ਵਰਕਿੰਗ ਵਿਦ ਦੈਮ ਇਟ ਵਾਜ਼ ਸੋ ਨਾਈਸ ਐਂਡ ਉਹਦੇ ਬਾਅਦ ਓਬਵੀਅਸਲੀ ਆਪਾਂ ਹੁਣ ਆਜਾ ਮੈਕਸੀਕੋ ਤੇ ਚੱਲੀਏ ਇਹ ਹਟ ਕੇ ਸੀ ਕਨਸੈਪਟ ਹੈ ਨਾ ਉਹ ਗਾਫੇ ਦਾ ਸੀ ਤੇ ਉਹ ਮੈਂ ਰੀਅਲ ਲਾਈਫ 'ਚ ਹੈ ਵੀ ਗਾਫਾ ਵੈਸੇ ਉੱਥੇ ਠੇਕੇਦਾਰ ਦਾ ਕੰਮ ਹੈ ਸੋ ਉਸ ਲਾਈਨ 'ਚ ਲੰਘਿਆ ਹੋਇਆ ਮੈਨੂੰ ਪਤਾ ਆ ਉਸ ਦਰਦ ਦਾ ਅਹਿਸਾਸ ਹੈ ਮੈਨੂੰ ਖੁਦ ਅਤੇ ਉਹ ਫਿਲਮ ਚਲੋ ਇੱਕ ਹੋਰ ਟੋਪਿਕ ਸੀ ਔਰ ਜੋ ਇਹ ਹੈ ਮੇਰੇ ਬੇਟੇ ਦੇ ਨਾਲ ਕੀਤੀ ਹੈ ਦਿਸ ਇਜ਼ ਅ ਰੀਅਲੀ ਇਮੋਸ਼ਨਲ ਫਿਲਮ ਔਰ ਇੱਕ ਚੰਗੀ ਸੇਧ ਦਿੰਦੀ ਹੈ ਯੂਥ ਨੂੰ ਸੋ ਆਮ ਵੈਰੀ ਥੈਂਕਫੁਲ ਟੂ ਗੋਡ ਐਕਚੁਅਲੀ ਕਿ ਮੈਂ ਬੜਾ ਕਿਸਮਤ ਵਾਲਾ ਜਿਹੜਾ ਮੈਨੂੰ ਇਹ ਕਿਰਦਾਰ ਕਰਨ ਦਾ ਮੌਕਾ ਮਿਲਿਆ ਬਿਕੋਜ਼ ਕਿਰਦਾਰ ਤਾਂ ਮਤਲਬ ਬਹੁਤ ਆਉਂਦੇ ਨੇ ਕਈ ਵਾਰੀ ਜ਼ਿੰਦਗੀ ਦੇ ਚਲੋ ਵਾਹਿਗੁਰੂ ਨੇ ਚਾਹੇ ਤਾਂ ਹੋਰ ਵੀ ਕਰਾਂਗੇ
ਪਰ ਇਹ ਕਿਹੋ ਜਿਹਾ ਕਿਰਦਾਰ ਹੈ ਜਿਹੜਾ ਆਈ ਥਿੰਕ ਛਾਪ ਛੱਡ ਗਿਆ ਲੋਕਾਂ ਦੇ ਦਿਲ ਤੇ, ਘਰ ਕਰ ਗਿਆ। ਤੁਹਾਡਾ ਬੇਟਾ ਜਿਨ੍ਹਾਂ ਨੇ ਆਜਾ ਮੈਕਸੀਕੋ ਚਲੀਏ ਦੇਖ ਲਿਆ, ਉਹ ਇਹਨਾਂ ਦੇ ਬੇਟੇ ਦਾ ਕਿਰਦਾਰ ਜਿਨ੍ਹਾਂ ਨੇ, ਜੋ ਇਹਨਾਂ ਦਾ ਰੀਅਲ ਲਾਈਫ ਦੇ ਵਿੱਚ ਵੀ ਬੇਟਾ ਆ, ਮਤਲਬ ਦੋਨਾਂ ਨੇ ਫਾਦਰ ਤੇ ਸਨ ਦੀ ਜਿਹੜੀ ਕੈਮਿਸਟਰੀ ਦਿਖਾਈ ਹੈ ਸਾਨੂੰ, ਜਾਂ ਉਹ ਜੋੜੀ ਦਿਖਾਈ ਹੈ ਸਾਨੂੰ, ਬਹੁਤ ਪਸੰਦ ਕੀਤੀ ਹੈ। ਖਾਸ ਤੌਰ 'ਤੇ ਅਗਰ ਇਹਨਾਂ ਦੇ ਬੇਟੇ ਦੀ ਗੱਲ ਕਰੀਏ, ਉਹਨਾਂ ਨੇ ਉਸ ਆਜਾ ਮੈਕਸੀਕੋ ਚਲੀਏ ਨੂੰ ਜੋ ਇੱਕ ਸਿੰਪਥੀ ਹੁੰਦਾ ਹੈ, ਜੋ ਇੱਕ ਮਾਵਾਂ ਜਦੋਂ ਰੋਂਦੀਆਂ ਨੇ, ਆਡੀਅנס ਜਦੋਂ ਅੱਖਾਂ ਭਰ ਕੇ ਆਉਂਦੀਆਂ ਨੇ, ਉਹ ਇਸ ਬੱਚੇ ਕਰਕੇ ਆਉਂਦੀਆਂ ਨੇ। ਤੇ ਉਹੀ ਅਗਰ ਮੈਂ ਗੱਲ ਕਰਾਂ ਤੇ ਉਹ ਹੁਣ ਰਣਜੀਤ ਬਾਵਾ ਜਿਹਦੇ ਨਾਲ ਲੈਂਬਰਗਿਨੀ ਅਤੇ ਹੋਰ ਵੀ ਉਹਨਾਂ ਦੇ ਪ੍ਰੋਜੈਕਟਸ ਜਿਹੜੇ ਆ ਲਾਈਨਡ ਅਪ ਹੋ ਗਏ ਨੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਬਹੁਤ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਬੱਚੇ 'ਤੇ, ਬਹੁਤ ਸੋਹਣਾ ਕਿਰਦਾਰ ਉਹਨੇ। ਆਮ ਵੈਰੀ ਗਲੈਡ ਐਕਚੁਅਲੀ ਕਿ ਉਹ ਕਹਿੰਦੇ ਨਾ ਵੀ ਵਿਆਜ ਨਾਲੋਂ ਮੂਲ ਪਿਆਰਾ। ਸੋ ਮੈਨੂੰ ਤੇ ਮਤਲਬ ਇੰਨੀ ਖੁਸ਼ੀ ਹੈ ਕਿ ਹੀ ਇਜ਼ ਡੂਇੰਗ ਬੈਟਰ ਦੈਨ ਮੀ। ਆਈ ਥਿੰਕ ਹੀ ਇਜ਼ ਗੋਇੰ ਬੀ ਬੈਟਰ ਆਰਟਿਸਟ, ਬੈਟਰ ਐਕਟਰ ਦੈਨ ਮੀ। ਹੀ ਇਜ਼ ਆਲਰੇਡੀ ਡੂਇੰਗ ਵੈਰੀ ਗੁੱਡ, ਈਵਨ ਦੋ ਕਿ ਮੈਂ ਵੀ ਇਸ ਏਜ ਵਿੱਚ ਹੀ ਸਟਾਰਟ ਹੋ ਗਿਆ ਸੀ। ਸਕੂਲ ਡਰਾਮਾ ਐਕਟਿੰਗ ਬਹੁਤ ਕੀਤੀ ਹੈ ਬਚਪਨ ਦੇ ਵਿੱਚ, ਬਹੁਤ ਸ਼ੌਂਕ ਸੀ ਸ਼ੁਰੂ ਤੋਂ। ਬਟ ਲੁਕਿੰਗ ਐਟ ਸ਼ਬਾਜ਼, ਆਈਵ ਗੋਟ ਸਮ ਗੁੱਡ ਵਾਈਬਸ ਫॉर ਹਿਜ਼ ਫਿਊਚਰ। ਐਂਡ ਹੁਣ ਆਪਣੇ ਰਣਜੀਤ ਬਾਵਾ ਭਾਜੀ ਨਾਲ ਫਿਲਮ ਕਰ ਰਿਹਾ ਲੈਂਬਰਗਿਨੀ। ਐਂਡ ਆਲਰੇਡੀ ਫਿਲਮ ਇੱਕ ਮੇਰੇ ਐਕਚੁਅਲੀ 3 ਬੱਚੇ ਨੇ, ਤਿੰਨੇ ਹੀ ਆਲਰੇਡੀ ਗੁਲ ਬੁਗਨੀ ਬੈਂਕ ਤੇ ਬਟਵਾ ਪਾਰਟ 2 ਆ ਰਹੀ ਬਹੁਤ ਜਲਦੀ। ਉਹਦੇ ਵਿੱਚ ਜ਼ਫਰੀ ਖਾਨ ਜੀ ਦੇ ਬੱਚੇ ਬਣੇ ਹੋਏ ਨੇ ਤੇ ਉਹਦੇ ਵਿੱਚ ਮੇਰਾ ਵੀ ਕਿਰਦਾਰ ਹੈਗਾ ਥੋੜਾ ਜਿਹਾ। ਆਈ ਹੋਪ ਕਿ ਤੁਹਾਨੂੰ ਉਹ ਵੀ ਪਸੰਦ ਆਏਗਾ ਜਲਦੀ। ਸੋ ਜਿਵੇਂ ਤੁਸੀਂ ਯੂਕੇ ਬੇਸਡ ਹੁਣ ਤੱਕ ਉਹੀ ਫਿਲਮਸ ਕੀਤੀਆਂ ਜਿਨ੍ਹਾਂ ਦੀ ਸ਼ੂਟਿੰਗ ਯੂਕੇ ਹੋਈ ਆ, ਯੂਕੇ ਬੇਸਡ ਸਟੋਰੀਜ਼ ਸੀਗੀਆਂ। ਸੋ ਤੁਸੀਂ ਖੁਦ ਵੀ ਯੂਕੇ ਤੋਂ ਹੀ ਬਿਲੋਂਗ ਕਰਦੇ ਹੋ, ਜਿੱਥੇ ਤੱਕ ਮੈਨੂੰ ਪਤਾ ਹੈ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਤੁਸੀਂ ਵੀ ਤਾਂ ਬਾਹਰੋਂ ਹੀ ਨਹੀਂ ਜੀ, ਮੈਂ ਇੱਥੋਂ ਹੀ ਬਿਲੋਂਗ ਕਰਦਾ। ਮੈਂ ਬਿਲੋਂਗ ਤਾਂ ਇੱਥੇ ਹੀ ਕਰਦੇ ਬਟ ਰਹਿੰਦੇ ਤਾਂ ਬਾਹਰ ਹੋ ਨਾ? ਜੀ ਜੀ ਬਿਲਕੁਲ, ਮੈਂ 10th ਕਰਕੇ ਇੱਥੋਂ ਬਚਪਨ ਚਲਾ ਗਿਆ ਸੀ। ਪਰ ਮੈਂ ਜਿਹੜੀ ਪਹਿਲਾਂ ਫਿਲਮਾਂ 2-3 ਕੀਤੀਆਂ ਉਹ ਇੰਡੀਆ ਹੀ ਕੀਤੀਆਂ। ਐਕਚੁਅਲੀ ਮੈਂ ਪ੍ਰੋਡਿਊਸ ਕੀਤੀ ਹੋਈ ਹੈ ਪਹਿਲਾਂ ਫਿਲਮ ਇੱਕ 2012 ਵਿੱਚ, ਆਸ਼ਕੀ ਨੋਟ ਅਲਾਉਡ। ਉਹਦੇ ਵਿੱਚ ਮੈਂ ਬਤੌਰ ਐਜ਼ ਏ ਆਰਟਿਸਟ ਵੀ ਕੰਮ ਕੀਤਾ ਹੈ। ਮੈਂ ਬਿੰਨੂ ਬੀ.ਐਨ. ਸ਼ਰਮਾ ਜੀ ਦਾ ਬੇਟਾ, ਜੋ ਥੋੜਾ ਦਿਮਾਗੀ ਤੌਰ 'ਤੇ ਹਟ ਕੇ ਹੈ, ਬੰਦਾ ਮਾਰਨਾ ਦਾ ਭੂਤ ਸਵਾਰਨ ਦਾ, ਉਹਦੇ 'ਤੇ ਉਹ ਕਰੈਕਟਰ ਸੀ ਮੇਰਾ। ਐਂਡ ਮੈਂ ਪ੍ਰੋਡਿਊਸਰ ਸੀ ਫਿਲਮ ਦਾ। ਉਸ ਤੋਂ ਬਾਅਦ ਫਿਰ ਮੈਂ ਮੈਰਿਜ ਪੈਲੇਸ ਫਿਲਮ ਸੁਨੀਲ ਠਾਕਰ ਜੀ ਨੇ ਉਹ ਕੀਤੀ ਹੈ ਡਾਇਰੈਕਟ, ਔਰ ਰਕੇਸ਼ ਧਵਨ ਨੇ ਉਹ ਪਾਕਮਾਲ ਲਿਖੀ ਹੈ, ਉਹ ਕੀਤੀ ਹੋਈ ਹੈ ਉਹਦੇ ਸ਼ਹਿਰੀ ਮਾਨ ਜੀ ਦੇ ਨਾਲ। ਤੇ ਉਸ ਤੋਂ ਬਾਅਦ ਫਿਰ ਜੱਗਾ ਜਿਉਂਦਾ ਹੈ। ਉਸ ਤੋਂ ਬਾਅਦ ਫਿਰ ਆਪਣੇ 2-4 ਫਿਲਮਾਂ ਹੋਰ ਵੀ ਕੀਤੀਆਂ ਆਪਣੇ ਪਾਰਟ 1, ਆਪਣੇ ਚੱਲ ਮੇਰਾ ਪੁੱਤ ਚੱਲ ਪਤਾ ਹੀ, ਚੱਲ ਮੇਰਾ ਪੁੱਤ ਪਾਰਟ 1 ਪਾਰਟ 2, ਔਰ ਆਜਾ ਮੈਕਸੀਕੋ ਚਲੀਏ। ਚਲੋ ਅੱਗੋਂ ਵਾਹਿਗੁਰੂ ਨੇ ਚਾਹਿਆ ਤੇ ਹੋਰ ਵੀ ਲਾਈਨ ਆਪਣੇ 2 ਫਿਲਮਾਂ। ਸੋ ਜਿਵੇਂ ਹੁਣ ਤੱਕ ਦੇਖੀਏ ਤਾਂ ਰਾਕੇਸ਼ ਧਵਨ ਜੀ ਨਾਲ ਤੁਸੀਂ ਕਾਫੀ ਕੰਮ ਕਰ ਲਿਆ। ਸੋ ਇਹਨਾਂ ਨਾਲ ਦੋਸਤੀ ਇੰਡਸਟਰੀ 'ਚ ਆਉਣ ਤੋਂ ਬਾਅਦ ਬਣੀ, ਜਾਂ ਪਹਿਲਾਂ ਤੋਂ ਹੀ ਦੋਸਤ ਸੀਗੇ ਤਾਂ ਫਿਰ ਉਹ ਕੰਟੈਕਟਸ ਸੀਗੇ ਤਾਂ ਕਰਕੇ ਤੁਸੀਂ ਇਕੱਠੇ ਨੇ ਕੰਮ ਕਰ ਲਿਆ ਫਿਰ? ਨਹੀਂ, ਐਕਚੁਅਲੀ ਵੀ ਆਰ ਫਰੈਂਡਸ ਫਰਮ ਲਾਸਟ 11-12 ਈਅਰਸ। ਇਹ ਲਾਈਨ ਤੋਂ ਪਹਿਲਾਂ ਹੀ ਇਸ ਲਾਈਨ 'ਤੇ ਆਉਣ ਤੋਂ ਪਹਿਲਾਂ ਹੀ ਸੀ ਕਾਫੀ ਕਲੋਜ਼ ਫਰੈਂਡ ਸੀ। ਐਂਡ ਵਾਹਿਗੁਰੂ ਨੇ ਮਤਲਬ ਵੀ ਜਿੱਦਾਂ ਕਹਿੰਦੇ ਨਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਏ, ਉੱਦਾਂ ਹੀ ਦਿਨ ਦੁਗਣੀ ਤੇ ਰਾਤ ਚੌਗਣੀ ਦੋਸਤੀ ਸਾਡੀ ਵੱਧਦੀ ਗਈ, ਔਰ ਐਜ਼ ਏ ਭਰਾ ਵਾਂਗੂ ਸਾਡਾ ਪਿਆਰ ਹੈ। ਸੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਯੂਕੇ ਬੇਸਡ ਸ਼ੂਟਿੰਗਸ ਹੁੰਦੀਆਂ ਨੇ ਜਦੋਂ, ਜਿਵੇਂ ਜਾਂ ਯੂਕੇ ਬੇਸਡ ਕਿਉਂਕਿ ਕਈ ਵਾਰੀ ਬਜਟ ਅਕੋਰਡਿੰਗ ਉੱਥੇ ਹੀ ਆਰਟਿਸਟ ਅਵੇਲੇਬਲ ਹੁੰਦੇ ਨੇ ਤਾਂ ਉੱਥੇ ਮੂਵੀਜ਼ ਸ਼ੂਟ ਹੋ ਜਾਂਦੀਆਂ ਨੇ। ਤੁਸੀਂ ਕੋਈ ਐਸੀ ਮੂਵੀ ਜਿਹੜੀ ਖੁਦ ਤੁਸੀਂ ਸੋਚ ਰਹੇ ਹੋ ਕਿ ਇਹ ਯੂਕੇ ਹੀ, ਮਤਲਬ ਮੈਂ ਪ੍ਰੋਡਿਊਸ ਕਰੂੰਗਾ, ਇਹ ਯੂਕੇ ਸ਼ੂਟ ਹੋਏਗੀ? ਦੇਖੋ, ਇਹ ਤੇ ਕੁਛ ਕਹਿ ਨਹੀਂ ਸਕਦੇ ਕਦੋਂ ਕੀ ਹੋ ਜਾਣਾ, ਬੰਦਾ ਸੋਚਦਾ ਤਾਂ ਬਹੁਤ ਕੁਛ ਹੈ, ਬਟ ਯਾਰ ਪਲਾਨਸ ਚੱਲਦੇ ਰਹਿੰਦੇ ਨੇ ਦਿਮਾਗ ਵਿੱਚ, ਹੈਗੇ ਨੇ ਕੁਛ ਆਈਡੀਆਜ਼। ਸੋ ਦੇਖੋ ਵਾਹਿਗੁਰੂ ਨੇ ਚਾਹਿਆ ਤਾਂ ਜ਼ਰੂਰ ਕੁਛ ਸ਼ਾਇਦ ਕਰਾਂਗੇ, ਯੂਕੇ ਹੀ ਸ਼ਾਇਦ ਕਰਾਂਗਾ। ਸੋ ਤੁਹਾਡੀ ਫੈਮਿਲੀ ਦੇ ਵੱਲੋਂ ਕਿੱਦਾਂ ਦਾ ਰਿਸਪੌਂਸ ਆਉਂਦਾ ਹੈ? ਕਿਉਂਕਿ ਫੈਮਿਲੀ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਹੁੰਦੇ, ਤੁਹਾਡੇ ਬੇਟੇ ਨੂੰ ਲੈ ਕੇ ਹੋ ਸਕਦਾ ਕਈਆਂ ਦੀ ਸੋਚ ਇਹ ਹੋਵੇ ਕਿ ਹਲੇ ਇਹਨੂੰ ਪੜ੍ਹਾ, ਜਾਂ ਇਹਨੂੰ ਪੜ੍ਹ ਲੈਂਦੇ, ਜਾਂ ਪੜ੍ਹਾਈ ਡਿਸਟਰਬ ਹੋਏਗੀ। ਸੋ ਫੈਮਿਲੀ ਦਾ ਕੀ ਰਿਸਪੌਂਸ ਰਹਿੰਦਾ ਤੁਹਾਡੇ ਦੋਨਾਂ ਲਈ? ਫੈਮਿਲੀ ਐਕਚੁਅਲੀ ਮੇਰੀ ਬੈਕਗਰਾਊਂਡ ਜਿੰਨੀ ਫੈਮਿਲੀ ਹੈ ਤੇ ਵੈਰੀ ਗ੍ਰੈਜੂਏਟ ਫੈਮਿਲੀ, ਸਾਰੇ ਬਹੁਤ ਪੜ੍ਹੇ ਲਿਖੇ ਨੇ, ਔਰ ਮੋਸਟਲੀ ਮਿਲਟਰੀ ਫੈਮਿਲੀਜ਼ ਤੋਂ ਸਾਰੇ ਸਾਡੇ ਹੈਗੇ ਨੇ। ਮੈਨੂੰ ਸ਼ੁਰੂ 'ਚ ਮੈਨੂੰ ਵੀ ਕਹਿੰਦੇ ਰਹੇ ਨੇ ਯਾਰ ਕਿਹੜੇ ਚੱਕਰ 'ਚ ਪਿਆ ਤੂੰ, ਪਰ ਮੇਰੀ ਇਹ ਸੋਚ ਹੈ ਵੀ ਬੱਚੇ ਨੂੰ ਰੋਕਣਾ ਨਹੀਂ ਚਾਹੀਦਾ। ਹੁਣ ਉਹ ਪਹਿਲਾਂ ਵਾਲਾ ਜ਼ਮਾਨਾ ਨਹੀਂ ਰਿਹਾ ਵੀ ਬੱਚੇ ਨੂੰ ਆਪਾਂ ਫੋਰਸ ਕਰੀਏ। ਤੁਸੀਂ ਦੇਖਿਆ ਹੋਏਗਾ ਆਸਮਾਂ ਪੇ ਤਾਰੇ ਫਿਲਮ ਸੀ, ਤਾਰੇ ਜ਼ਮੀਨ ਪੇ ਫਿਲਮ ਸੀ, ਔਰ ਉਹਦੇ ਵਿੱਚ ਬੱਚਾ ਦੇਖਿਆ ਜਾਵੇ ਤੇ ਉਹਨੂੰ ਹੀ ਇਜ਼ ਨੋਟ ਇੰਟਰਸਟਿਡ ਇਨ ਸਟੱਡੀ ਬਟ ਹੀ ਇਜ਼ ਗੁੱਡ ਇਨ ਪੇਂਟਿੰਗ ਐਂਡ ਅਦਰ ਥਿੰਗਸ। ਸੋ ਆਈ ਥਿੰਕ ਕਿ ਸਾਰੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਮਤਲਬ ਪੜ੍ਹਨਾ ਤੇ ਫਾਊਂਡੇਸ਼ਨ ਆਪਣੀ ਜਿਹੜੀ ਹੈ ਜ਼ਰੂਰੀ ਹੈ, ਜੜ ਆਪਣੀ ਜਿਹਨੂੰ ਕਹਿੰਦੇ ਆਪਾਂ ਮਜ਼ਬੂਤੀ ਹੈ ਉਹ ਬਹੁਤ ਜ਼ਰੂਰੀ ਹੈ। ਉੱਪਰ ਉਹਦੇ ਨਾਲ ਆਪਾਂ ਨੂੰ ਬੱਚੇ ਨੂੰ ਇੰਨਾ ਕੰਪੈਲ ਨਹੀਂ ਕਰਨਾ ਚਾਹੀਦਾ ਵੀ ਯਾਰ ਵੀ ਨਹੀਂ ਤੂੰ ਪੜ੍ਹ ਇਹੀ ਕਰ। ਮਤਲਬ ਬੱਚੇ ਦੀ ਕੋਈ ਆਪਣੀ ਵੀ ਕੁਛ ਹੋਣੀ ਚਾਹੀਦੀ ਹੈ ਵੀ ਬੱਚਾ ਜਿਹੜੀ ਚੀਜ਼ ਨੂੰ ਕਰਨਾ ਚਾਹੁੰਦਾ ਹੈ। ਹੁਣ ਮੇਰਾ ਬੇਟਾ ਹੀ ਇਜ਼ ਨੋਟ ਵੈਰੀ ਗੁੱਡ ਇਨ ਸਟੱਡੀਜ਼ ਬਟ ਹੀ ਇਜ਼ ਵੈਰੀ ਗੁੱਡ ਇਨ ਐਕਟਿੰਗ ਐਂਡ ਐਨੀਮਲਸ। ਐਂਡ ਮੈਂ ਉਹਨੂੰ ਕਹਿੰਦਾ ਬੇਟਾ ਤੂੰ ਕੀ ਕਰਨਾ ਹੈ? ਹੀ ਸੈਡ ਆਲਵੇਜ਼ ਸੇਜ਼ ਪਾਪਾ ਮੈਂ ਐਕਟਿੰਗ ਕਰਨੀ ਹੈ। ਮੈਂ ਜਦ ਦਿਨ ਮੈਂ ਸਟੱਡੀ ਵਿੱਚ ਕਰਾਂ ਕਿ ਤੂੰ ਸੈਕੰਡ ਆਪਸ਼ਨ
ਆ ਵਾਂਟ ਟੂ ਬੀ ਵੈਟਰਨਰੀ ਡਾਕਟਰ ਫੇ ਪਲੇ ਮਤਲਬ ਐਟਲੀਸਟ ਮਤਲਬ ਵੀ ਮਤਲਬ ਧੱਕਾ ਨਹੀਂ ਬੱਚੇ ਨੂੰ ਮੈਂ ਚਾਹੁੰਦਾ ਵੀ ਕਰਨਾ ਬਟ ਹੀ ਇਜ਼ ਮੋਰ ਇਨ ਐਕਟਿੰਗ। ਸੋ ਜਿਵੇਂ ਆਪਾਂ ਗੱਲ ਕਰੀਏ ਤੁਸੀਂ ਐਮੀ ਜੀ ਨਾਲ ਕੰਮ ਕੀਤਾ, ਅਮਰਿੰਦਰ ਗਿੱਲ ਜੀ ਨਾਲ ਕੰਮ ਕੀਤਾ, ਦੋਨੋਂ ਹੀ ਪੰਜਾਬੀ ਇੰਡਸਟਰੀ ਦੇ ਬਹੁਤ ਚੰਗੇ ਨਾਂ ਨੇ। ਸੋ ਅਮਰਿੰਦਰ ਭਾਜੀ ਬਾਰੇ ਕਿਹੜੀ ਐਸੀ ਚੀਜ਼ ਆ ਜੋ ਸ਼ੂਟ ਦੌਰਾਨ ਤੁਹਾਨੂੰ ਲੱਗਿਆ ਕਿ ਯਾਰ ਇਸ ਬੰਦੇ ਤੋਂ ਅਸੀਂ ਸਿੱਖ ਸਕਦੇ ਹਾਂ? ਅਮਰਿੰਦਰ ਭਾਜੀ ਦੀ ਹਾਂਜੀ ਅਮਰਿੰਦਰ ਭਾਜੀ ਨਾਲ ਕੰਮ ਕੀਤਾ ਬਹੁਤ ਵੀ ਉਹ ਵੀ ਬਹੁਤ ਕਾਮ ਸੁਭਾਅ ਦੇ ਨੇ, ਬਹੁਤ ਰਿਜ਼ਰਵ ਨੇ ਉਹ ਐਂਡ ਹੀ ਇਜ਼ ਵੈਰੀ ਨਾਈਸ ਪਰਸਨ, ਰੀਅਲੀ ਨਾਈਸ ਗ੍ਰੇਟ ਪਰਸਨ, ਬਹੁਤ ਚੰਗਾ ਲੱਗਾ ਉਹਨਾਂ ਨਾਲ ਕੰਮ ਕਰਕੇ। ਔਰ ਆਈਏ ਆਪਾਂ ਐਮੀ ਭਾਜੀ ਤੇ ਐਮੀ ਭਾਜੀ ਬਿਲਕੁਲ ਹੀ ਇਜ਼ ਟੋਟਲੀ ਡਿਫਰੈਂਟ ਪਰਸਨ ਹੈ ਨਾ, ਹੀ ਇਜ਼ ਸੱਚ ਅ ਗ੍ਰੇਟ ਸੋਲ ਐਂਡ ਡਾਊਨ ਟੂ ਅਰਥ। ਔਰ ਉਹਨਾਂ ਨਾਲ ਕੰਮ ਕਰਕੇ ਤੇ ਇੱਦਾਂ ਸੀ ਕਿਉਂਕਿ ਜਿਹੜਾ ਸ਼ੂਟ ਸੀ ਸਾਡਾ ਇਹ ਜੰਗਲ ਸੀ ਹੈ ਨਾ, ਤਕਰੀਬਨ ਆਊਟਡੋਰ ਹੈ ਸਾਰਾ, ਤੇ ਉਹ ਮਤਲਬ ਵੀ ਠੰਡ ਦੇ ਦਿਨ ਸਨ ਤੇ ਸਪੋਰਟ ਬੋਏ ਵੀ ਘੱਟ ਸਨ ਤੇ ਉਹਨੇ ਆਪ ਹੈਲਪ ਕਰ ਦੇਣੀ ਕਿ ਇਹ ਨਹੀਂ ਮਤਲਬ ਹੀ ਇਜ਼ ਵੈਰੀ ਡਾਊਨ ਟੂ ਅਰਥ ਪਰਸਨ ਐਂਡ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮਤਲਬ ਉਹ ਕੰਮ ਕਰਦੇ ਜਿਹੜਾ ਵੀ ਕਰਦੇ ਮੈਂ ਨੋਟ ਕੀਤਾ ਵੀ ਹੀ ਇਜ਼ ਵੈਰੀ ਕੀਨ ਇਨ ਟੂ ਗੋਡ। ਵੀ ਜਦੋਂ ਵੀ ਮੈਂ ਦੇਖਿਆ ਉਹਨਾਂ ਨੂੰ ਵੀ ਉਹ ਰੱਬ ਤੋਂ ਬਿਨਾਂ ਨਹੀਂ ਕੁਛ ਵੀ ਕਰਦੇ ਐਂਡ ਰੀਅਲੀ ਗ੍ਰੇਟ ਸੋਲ ਇਜ਼ ਐਂਡ ਮੈਨੂੰ ਬਹੁਤ ਹੀ ਚੰਗਾ ਲੱਗਾ ਉਹਨਾਂ ਨਾਲ ਕੰਮ ਕਰਕੇ। ਇਹ ਮੈਂ ਉਮੀਦ ਕਰਨਾ ਕਿ ਮੈਨੂੰ ਫਿਊਚਰ ਦੇ ਵਿੱਚ ਵੀ ਮੈਂ ਉਹਨਾਂ ਨਾਲ ਕੰਮ ਕਰਾਂ, ਇਟ ਬੀ ਮਾਈ ਪਲੇਜ਼ਰ। ਸੋ ਆਈ ਥਿੰਕ ਅਗਰ ਆਪਾਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਤਾਂ ਬਹੁਤ ਲਿਮਿਟਿਡ ਜੇ ਸਾਡੇ ਕੋਲ ਆਰਟਿਸਟ ਨੇ। ਇੰਡਸਟਰੀ ਬਹੁਤ ਵੱਡੀ ਆ ਲੇਕਿਨ ਜੋ ਮੂਵੀਜ਼ ਦੇ ਵਿੱਚ ਸਾਡੇ ਕੋਲ ਸਿੰਗਰਸ ਆ ਰਹੇ ਨੇ ਉਹ ਬਹੁਤ ਲਿਮਿਟਿਡ ਹੈ, ਬਹੁਤ ਘੱਟ ਨੇ। ਸੋ ਕੋਈ ਐਸਾ ਐਕਟਰ ਜਾਂ ਸਿੰਗਰ ਹੈ ਜਿਹਦੇ ਨਾਲ ਤੁਸੀਂ ਸਿਕੰਦਰ ਜੀ ਸੋਚਿਆ ਹੈ ਕਿ ਯਾਰ ਇਹਦੇ ਨਾਲ ਕੰਮ ਕਰਨਾ ਹੈ ਫਿਊਚਰ ਦੇ ਵਿੱਚ, ਜਾਂ ਆਪਣੇ ਬੇਟੇ ਲਈ ਸੋਚਿਆ ਹੋਵੇ ਕਿ ਆਪਣੇ ਬੇਟੇ ਨੂੰ ਇਹਦੇ ਨਾਲ ਫਿਲਮ ਜ਼ਰੂਰ ਕਰਾਉਣੀ ਆ? ਦੇਖੋ ਇਹ ਤੇ ਵਾਹਿਗੁਰੂ ਨੇ ਕਰਾਉਣਾ ਕੰਮ ਜਿੱਥੇ ਕਿੰਨਾ ਲਿਖਿਆ ਆ, ਪਰ ਯੈਸ ਆਈ ਡੂ ਵਾਂਟ ਟੂ ਵਰਕ ਵਿਦ ਦਲਜੀਤ ਦੋਸਾਂਝ ਯੂ ਨੋ, ਯੈਸ ਮੇਰਾ ਬਿਲਕੁਲ ਸੁਪਨਾ ਉਹਨਾਂ ਨਾਲ ਕੰਮ ਕਰਨ ਦਾ ਔਰ ਮੇਰੇ ਬੇਟੇ ਦਾ ਸੁਪਨਾ ਵੀ ਹੈ, ਬਾਕੀ ਜੋ ਮਾਲਕ ਨੂੰ ਮਨਜ਼ੂਰ ਹੈ। ਥੈਂਕ ਯੂ ਸੋ ਮਚ ਸਿਕੰਦਰ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਅਸੀਂ ਜਲਦੀ ਹੀ ਤੁਹਾਡੀ ਆਉਣ ਵਾਲੀ ਪ੍ਰੋਜੈਕਟਸ ਤੇ ਆਉਣ ਵਾਲੀ ਫਿਲਮਸ ਦੇ ਦੌਰਾਨ ਮਿਲਾਂਗੇ। ਥੈਂਕ ਯੂ ਸੋ ਮਚ ਡੇਲੀ ਪੋਸਟ ਦਾ ਬਹੁਤ ਬਹੁਤ ਥੈਂਕ ਯੂ ਐਂਡ ਮੈਂ ਇਹੀ ਕਹਾਂਗਾ ਆਪਣੇ ਸਰੋਤਿਆਂ ਨੂੰ ਖਾਸ ਕਰਕੇ ਗਾਫੇ ਨੂੰ ਜਿੰਨਾ ਪਿਆਰ ਦਿੱਤਾ ਹੈ ਉਦੋਂ ਵੱਧ ਤੁਸੀਂ ਹੁਣ ਮੈਨੂੰ ਆਜਾ ਮੈਕਸੀਕੋ ਵਿੱਚ ਦੇ ਰਹੇ ਹੋ ਔਰ ਤੁਹਾਡੀਆਂ ਬਲੈਸਿੰਗਸ ਦੀ ਮੈਨੂੰ ਬਹੁਤ ਲੋੜ ਹੈ। ਤੁਹਾਡੇ ਤੋਂ ਬਿਨਾਂ ਮੈਂ ਕੁਛ ਨਹੀਂ, ਨਾ ਹੀ ਮੇਰਾ ਬੇਟਾ ਕੁਛ ਹੈ। ਸੋ ਪਲੀਜ਼ ਆਪਣਾ ਇਹ ਪਿਆਰ ਭਰੇ ਹੱਥ ਮੇਰੇ ਸਿਰ 'ਤੇ ਬਣਾਈ ਰੱਖਣਾ ਤੇ ਮੈਂ ਉਮੀਦ ਕਰਾਂਗਾ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਾਂ ਔਰ ਆਉਣ ਵਾਲੇ ਪ੍ਰੋਜੈਕਟ ਜਿਹੜੇ ਨੇ ਤੁਹਾਨੂੰ ਜਲਦੀ ਹੀ ਦਿਖਾਈ ਦੇਣਗੇ। ਹਾਂਜੀ ਥੈਂਕ ਯੂ। ਸੋ ਇਹ ਸੀ ਜੀ ਮੇਰੇ ਨਾਲ ਸਿਕੰਦਰ ਘੁੰਮਣ ਜੀ, ਜਿਨ੍ਹਾਂ ਨੂੰ ਤੁਸੀਂ ਚੱਲ ਮੇਰਾ ਪੁੱਤ ਸੀਰੀਜ਼ ਐਂਡ ਉਸ ਤੋਂ ਬਾਅਦ ਆਜਾ ਮੈਕਸੀਕੋ ਚੱਲੀਏ ਦੇ ਵਿੱਚ ਦੇਖਿਆ। ਆਪਣੇ ਬੇਟੇ ਨੂੰ ਲੈ ਕੇ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਸੁਪਨੇ ਹਰ ਪਿਓ ਦੇ ਹੁੰਦੇ ਨੇ, ਸੋ ਇਹਨਾਂ ਦੇ ਵੀ ਕੁਝ ਸੁਪਨੇ ਨੇ। ਅਗਰ ਤੁਸੀਂ ਨਹੀਂ ਪਹਿਚਾਨ ਪਾ ਰਹੇ ਹਜੇ ਵੀ ਤਾਂ ਤੁਸੀਂ ਆਜਾ ਮੈਕਸੀਕੋ ਚੱਲੀਏ ਜਾ ਕੇ ਹੁਣੇ ਹੀ ਥੀਏਟਰਸ ਦੇ ਵਿੱਚ ਦੇਖ ਕੇ ਆਓ, ਕਿਉਂਕਿ ਹਲੇ ਵੀ ਮੂਵੀ ਲੱਗੀ ਹੋਈ ਹੈ। ਉਹਦੇ ਵਿੱਚ ਫਾਦਰ ਤੇ ਬੇਟੇ ਦਾ ਕਿਰਦਾਰ ਨਿਭਾਉਣ ਵਾਲੇ ਸਿਕੰਦਰ ਘੁੰਮਣ ਜੀ ਨੇ ਤੇ ਇਹਨਾਂ ਦੇ ਬੇਟੇ ਨੇ ਸ਼ਹਬਾਜ਼ ਨੇ ਉਹ ਕਿਰਦਾਰ ਨਿਭਾਇਆ ਆ। ਸੋ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ, ਮੇਰੇ ਨਾਲ ਆਯੁਸ਼। ਸਤਿ ਸ਼੍ਰੀ ਅਕਾਲ।